ਰਿਸ਼ੀ ਮੁਨੀ ਸੰਤ ਅਵਤਾਰ, ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ। ਇਸ ਦੇਹੀ ਦੀ ਪਕੜੀ ਨਾ ਰਹੇ, ਅੱਗੇ ਜਾ, ਇਹਦਾ ਜਨਮ ਹੋਵੇ, ਇਹ ਭਟਕੇ, ਜਲਾ ਦੋ। ਕੁਝ ਹੱਡੀਆਂ ਬਚ ਗਈਆਂ ਨੇ, ਰਾਖ ਬਚ ਗਈ ਹੈ, ਇਹ ਵੀ ਕਿਸੇ ਦਰਿਆ ਦੇ 'ਚ ਪਾ ਦਿਓ, ਕੁਝ ਨਾਮ ਨਿਸ਼ਾਨ ਰਵੇ, ਪਕੜ ਰਵੇ। ਇਹ ਇਸ ਵਾਸਤੇ ਸੀ। ਤੋ ਸੰਗਤਾਂ ਨੇ ਪੁੱਛ ਲਿਆ ਬਾਬੇ ਤੋਂ, ਦਾਹ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ? ਪਤਾ ਉਹਨੇ ਕੀ ਆਖਿਆ, ਮੈਂ ਆਪਣਾ ਦਾਹ ਸੰਸਕਾਰ ਆਪ ਕਰਾਂਗਾ, ਤੁਹਾਨੂੰ ਕਰਨ ਦੀ ਲੋੜ ਨਹੀਂ। ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ। ਉਹਨਾਂ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ। ਮੈਨੂੰ ਕਹਿਣ ਲੱਗੇ, ਹੁਣ ਪਟਨਾ ਸਾਹਿਬ ਤੋਂ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ, ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ। ਅਗਰਵਾਸ ਤਨ ਸਾਸ। ਸਾਰੇ ਕਸਬੇ 'ਚ ਗੱਲ ਫੈਲ ਗਈ ਹੈ, ਬਾਬਾ ਸਵੇਰੇ ਖੁਦਕਸ਼ੀ ਕਰੇਗਾ, ਆਪਣੇ ਆਪ ਨੂੰ ਅੱਗ ਨਾਲ ਸਾੜੇਗਾ। ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਹ ਸੰਸਕਾਰ ਆਪ ਕਰਾਂਗਾ। ਤੋ ਹੋਇਆ ਕਿ ਸੰਗਤਾਂ 'ਤੇ ਪਹੁੰਚੀਆਂ, ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਉਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ, ਔਰ ਪੁਲਿਸ ਵੀ ਪਹੁੰਚ ਗਈ। ਔਰ ਗਜ਼ਬ ਦੀ ਗੱਲ, ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਏ, ਕੋਈ ਗੜਬੜ ਨਾ ਕਰੇ। ਇਹ ਬਾਬਾ ਸੁਰ ਦੇ 'ਚ, ਰਸ ਦੇ 'ਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ। ਪਾਠ ਕੀਤਾ ਅਤੇ ਮਹਾਰਾਜ ਦੇ ਅੱਗੋਂ ਲੇਟ ਗਿਆ, ਸਿਰ ਕਰਕੇ ਸਤਿਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ। ਇਹ ਸਿਰਫ ਇੱਕ ਤਹਿਮਤ ਬੰਦਾ ਸੀ, ਇੱਕ ਛੋਟਾ ਜਿਹਾ ਪਟਕਾ ਸਿਰ 'ਤੇ, ਬਾਕੀ ਨੰਗਾ ਰਹਿੰਦਾ ਸੀ। ਲੇਟ ਗਿਆ, ਇਹਦੀ ਨਾਭੀ 'ਚੋਂ ਅੱਗ ਨਿਕਲੀ। ਇਹ ਤਸਵੀਰਾਂ ਹਿੰਦੁਸਤਾਨ ਦੇ ਤਮਾਮ ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸੀ। ਹੋਰ ਤੇ ਛੱਡੋ, ਬ੍ਰਿਟਿਸ਼ ਵਰਗਾ ਅਖਬਾਰ ਉਹ ਵੀ ਉਸਨੇ ਵੀ ਛਾਪੀ ਸੀ। ਸਹਿਜੇ ਸਹਿਜੇ ਅੱਗ ਵੱਧਦੀ ਗਈ। ਅੱਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੁੰਦਾ, ਇਸ ਤਰ੍ਹਾਂ ਦੀ ਸੀ। ਜਿਵੇਂ ਥੋੜ੍ਹੇ ਦਿਨ ਹੋਏ ਇੱਥੇ ਦਰਬਾਰ ਸਾਹਿਬ ਕ੍ਰਿਸ਼ਮਾ ਹੋਇਆ, ਸ਼ਾਇਦ ਕੱਲ੍ਹ ਪਰਸੋਂ ਆਉਣ ਅਤੇ ਮੈਂ ਇੱਥੇ ਉਹਨਾਂ ਨੂੰ ਖੜ੍ਹਾ ਕਰਾਂ। ਉਹ ਕੈਂਸਰ ਦੇ ਮਰੀਜ਼ ਸਨ। ਕੈਂਸਰ ਡਾਕਟਰਾਂ ਨੇ ਕਹਿ ਦਿੱਤਾ ਸੀ 15 ਦਿਨ ਦੇ ਮਹਿਮਾਨ, ਜ਼ਿਆਦਾ ਨਹੀਂ, 15 ਦਿਨ। ਇੱਥੋਂ ਦੀ ਗੱਲ ਦੱਸਦਾ, ਤੁਸੀਂ 15 ਦਿਨ ਦੇ ਮਹਿਮਾਨ। ਆਖਿਰ ਉਹਨਾਂ ਦੀ ਘਰਵਾਲੀ ਦੀ ਕੁਝ ਸ਼ਰਧਾ ਸੀ। ਗੁਜਰਾਤੀ ਨੇ, ਭਾਰਦਵਾਜ ਕਾਸਟ ਹੈ ਉਹਨਾਂ ਨੇ, ਵਾਸੂ ਉਹਨਾਂ ਦਾ ਨਾਮ ਹੈ, ਵਾਸੂ ਭਾਰਦਵਾਜ। ਉਹਨਾਂ ਦੀ ਘਰਵਾਲੀ ਇੱਥੇ ਐਂਬੂਲੈਂਸ ਦੇ 'ਚ ਲਿਆਈ, ਉਹਨਾਂ ਨੂੰ ਚੱਲ ਨਹੀਂ ਸਕਦੇ ਸਨ। ਸਟ੍ਰੈਚਰ 'ਤੇ ਬਾਹਰੋਂ ਉਹਨਾਂ ਨੂੰ ਉਸ ਕਮਰੇ 'ਚ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਇਆ ਸੀ। ਇੱਥੇ ਮਿੰਨਤ ਤਰਲੇ ਕੀਤੇ ਵੀ ਕਿਸੇ ਤਰੀਕੇ ਨਾਲ ਵੀ ਸਾਡਾ ਅਖੰਡ ਪਾਠ ਰੱਖਿਆ ਜਾਏ, ਭਾਵੇਂ ਕਮਰੇ ਖਾਲੀ ਨਹੀਂ ਸਨ। ਪਰ ਉਹਨਾਂ ਦੀ ਹਾਲਤ ਦੇਖ ਕੇ, ਕਿਉਂਕਿ ਉਹਨਾਂ ਦੀ ਪਤਨੀ ਨੇ ਕਿਹਾ 15 ਦਿਨ ਦੇ ਮਹਿਮਾਨ ਨੇ, ਡਾਕਟਰ ਕਹਿੰਦੇ ਅਖੰਡ ਪਾਠ ਰੱਖਣਾ ਹੈ, ਰੱਖ ਦਿੱਤਾ ਗਿਆ। ਉਹ ਲੇਟੇ ਲੇਟੇ ਸੁਣਦੇ ਰਹੇ। ਹੁਣ ਜੋ ਕੁਝ ਆਪ ਸੁਣਾਉਂਦੇ ਨੇ, ਕਮ ਸੇ ਕਮ 100 ਗੁਰਦੁਆਰਿਆਂ 'ਤੇ ਮੇਰੇ ਨਾਲ ਉਹਨਾਂ ਨੇ ਖੜ੍ਹੇ ਹੋ ਕੇ ਇਹ ਗੱਲ ਸੁਣਾਈ ਹੈ। ਲੁਧਿਆਣੇ ਦੇ 'ਚ ਵੀ, ਜਲੰਧਰ ਦੇ 'ਚ ਵੀ, ਇੱਥੇ ਵੀ ਮੈਂ ਖੜ੍ਹਾ ਕਰਾਂਗਾ ਉਹਨਾਂ ਨੂੰ। ਜੇ ਪਰਸੋਂ ਆ ਗਏ, ਇਤਲਾਹ ਆਈ ਹੈ, ਮੈਂ ਆ ਰਿਹਾ। ਜੈਸੇ ਸੁਖਮਨੀ ਸਾਹਿਬ ਦੇ ਪਾਠ ਤੋਂ ਪਾਠ ਅੱਗੇ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੇ 'ਚੋਂ ਦੂਧੀਏ ਰੰਗ ਦੀ ਇੱਕ ਲਾਈਟ ਨਿਕਲੀ। ਉਹ ਜੋ ਆਪ ਕਹਿੰਦਾ, ਉਹਦੇ ਮਸਤਕ ਨਾਲ ਟਕਰਾਈ। ਹਾਲਾਂਕਿ ਉਹ ਖੁਦ ਕਹਿੰਦਾ ਹੈ ਮੈਂ ਨਾਸਤਿਕ ਸੀ। ਪਤਾ ਹੈ ਕਿਉਂ? ਚੋਟੀ ਦਾ ਸਾਇੰਟਿਸਟ ਹੈ, ਚੋਟੀ ਨਾਸਾ ਦੇ 'ਚ ਕੰਮ ਕਰਦਾ ਸੀ, ਅਮਰੀਕਾ। ਜਿਹੜਾ ਗਰੁੱਪ ਚੰਦਰਮਾ 'ਤੇ ਗਿਆ ਸੀ, ਉਸ ਗਰੁੱਪ ਦੇ 'ਚ ਕੰਮ ਕਰਦਾ ਸੀ। ਤੁਸੀਂ ਖੁਦ ਅੰਦਾਜ਼ਾ ਲਗਾਓ ਕਿਤਨਾ ਵੱਡਾ ਚੋਟੀ ਦਾ ਸਾਇੰਟਿਸਟ। ਅਤੇ ਅਕਸਰ ਸਾਇੰਟਿਸਟ ਨਾਸਤਿਕ ਹੁੰਦੇ।
ਨਾਸਤਿਕ ਸੀ। ਜਦ ਸਾਡੇ ਨਾਲ ਗੁਜਰਾਤ ਦੇ ਗੁਰਦੁਆਰਿਆਂ 'ਚ ਇਹਨੇ ਭਰਮਣ ਕੀਤਾ, ਅਹਿਮਦਾਬਾਦ ਦੇ 'ਚ ਗੁਜਰਾਤ ਗੌਰਮੈਂਟ ਦੇ ਕੁਝ ਨੁਮਾਇੰਦੇ ਮਿਨਿਸਟਰ ਵੀ ਗੁਰਦੁਆਰੇ ਆਏ। ਵਿਸ਼ਵ ਪ੍ਰਚਾਰਕ ਸੰਸਥਾ ਦੀ ਤਰਫੋਂ ਇਹ ਪ੍ਰੋਗਰਾਮ ਸੀ। ਕਹਿਣ ਲੱਗੇ ਅਸੀਂ ਸਾਰੇ ਪ੍ਰਚਾਰਕਾਂ ਦਾ ਸਵਾਗਤ ਕਰਨਾ। ਵਾਸੂ ਭਾਰਦਵਾਜ ਨੂੰ ਦੇਖ ਕੇ ਉਹਨਾਂ ਮਿਨਿਸਟਰਾਂ ਨੇ ਉਹਨੂੰ ਗਲਵਕੜੀ 'ਚ ਲੈ ਲਿਆ, ਕਿਉਂਕਿ ਉਹ ਸਾਰੇ ਮੰਨਦੇ ਸਨ ਇਹ ਤੇ ਗੁਜਰਾਤ ਦੀ ਇੱਜ਼ਤ ਹੈ, ਇਹ ਤੇ ਗੁਜਰਾਤ ਦਾ ਮਾਣ ਹੈ। ਇਤਨਾ ਚੋਟੀ ਦਾ ਸਾਇੰਟਿਸਟ ਪਰ ਕੈਂਸਰ ਹੋ ਗਿਆ ਸੀ। ਉਹਨਾਂ ਮਿਨਿਸਟਰਾਂ ਨੇ ਬੜੀ ਕੋਸ਼ਿਸ਼ ਕੀਤੀ ਇਸ ਨੂੰ ਬਚਾਉਣ ਦੀ। ਹਰ ਤਰੀਕੇ ਦੇ ਵੱਡੇ ਤੋਂ ਵੱਡੇ ਡਾਕਟਰ, ਵੱਡੇ ਤੋਂ ਵੱਡੇ ਹੌਸਪੀਟਲ, ਟਾਟਾ ਹੌਸਪੀਟਲ ਬੰਬੇ, ਲੇਕਿਨ ਠੀਕ ਨਹੀਂ ਹੋਏ। ਇੱਥੇ ਅਖੀਰ ਦੇ 'ਚ ਇੱਥੇ ਦੂਧੀਏ ਰੰਗ ਦੀ ਲਾਈਟ ਨਿਕਲੀ, ਮੱਥੇ ਨਾਲ ਟਕਰਾਈ। ਉਹ ਆਪ ਕਹਿੰਦੇ ਨੇ ਫਿਰ ਮੈਂ ਬੈਠ ਗਿਆ। ਮੈਨੂੰ ਪਾਠ ਸੁਣਨ ਦੇ 'ਚ ਆਨੰਦ ਵੀ ਆਉਣ ਲੱਗ ਪਿਆ। ਕਹਿੰਦੇ ਨੇ ਮੈਂ ਆਪਣੇ ਵਿੱਚ ਤਬਦੀਲੀ ਵੀ ਮਹਿਸੂਸ ਕੀਤੀ। ਭਾਵੇਂ ਮੇਰੀ ਪਤਨੀ ਕਹਿੰਦੀ ਰਹੀ ਤੁਸੀਂ ਲੇਟੇ ਹੀ ਰਹੋ, ਕੋਈ ਨਹੀਂ, ਬੈਠੇ ਬੈਠੇ ਥੱਕ ਜਾਓਗੇ, ਹੱਡੀਆਂ ਦਾ ਢਾਂਚਾ। ਵਾਲ ਸਾਰੇ ਲੈ ਗਏ ਸਨ, ਅੱਖਾਂ ਦੇ ਬਰਵਿੱਟੇ ਵੀ, ਜਿਵੇਂ ਕੈਂਸਰ ਦੇ ਮਰੀਜ਼ ਦੇ ਹੋ ਜਾਂਦੇ ਨੇ ਦਵਾਈਆਂ। ਰੱਬ ਦੀ ਨੇਤ ਪਾਠ ਦਾ ਭੋਗ ਪਿਆ। ਅਰਦਾਸ ਹੋਣ ਲੱਗੀ ਨਾ, ਇਹ ਅਰਦਾਸ ਦੇ 'ਚ ਖੜ੍ਹੇ ਹੋ ਗਏ। ਤੁਹਾਨੂੰ ਸ਼ਾਇਦ ਪਾਠੀ ਸਿੰਘ ਵੀ ਦੱਸਣ, ਉਹ ਆਪ ਕਹਿੰਦੇ ਨੇ ਪਾਠੀ ਸਿੰਘਾਂ ਨੂੰ ਮੈਂ ਜਾਣਦਾ ਜਿਹੜੇ ਉੱਥੇ ਮੌਜੂਦ ਸੀ। ਆਪ ਖੜ੍ਹੇ ਹੋ ਗਏ। 7 ਦਿਨ ਇੱਥੇ ਰਹੇ ਨੇ। ਬਾਕੀ ਦਿਨਾਂ 'ਚ ਇਸ਼ਨਾਨ ਵੀ ਕਰਦੇ ਰਹੇ, ਦਰਬਾਰ ਸਾਹਿਬ ਹਾਜ਼ਰੀ ਭਰਦੇ ਰਹੇ। ਐਂਬੂਲੈਂਸ ਦੇ 'ਚ ਆਏ, ਸਟੇਚਰ ਦੇ 'ਚ ਲੈ ਕੇ ਇੱਥੇ ਤੱਕ ਆਏ, ਆਰਾਮ ਨਾਲ ਪਲੇਨ ਦੇ ਟ੍ਰੇਨ ਦੇ 'ਚ ਬੈਠ ਕੇ ਗਏ। ਫਿਰ ਸਭ ਤੋਂ ਪਹਿਲੇ ਇਸ ਨੇ ਮੈਨੂੰ ਫੋਨ ਕੀਤੀ ਵੀ ਗਿਆਨੀ ਜੀ ਇਹ ਕ੍ਰਿਸ਼ਮਾ ਮੇਰੇ ਨਾਲ ਹੋਇਆ ਅਤੇ ਮੈਂ ਹੁਣ TV 'ਤੇ ਤੁਹਾਨੂੰ ਸੁਣਦਾ। ਮੈਂ ਇਸ ਸੰਬੰਧੀ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਔਰ ਮੈਂ ਹੁਣੇ ਹੀ ਗੱਲ ਕਰਨੀ ਹੈ। ਮੇਰਾ ਮਨ ਉਤਾਵਲ ਹੈ ਸਮਝਣ ਨੂੰ ਇਹ ਕੀ ਹੈ, ਇਹ ਕੀ ਹੈ। ਇਹ ਕੋਈ ਮੈਂ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਦੱਸ, ਹੁਣੇ ਹੀ ਘਟਨਾ ਘਟੀ। ਉਹਨਾਂ ਦਿਨਾਂ 'ਚ ਅਲਵਰ ਸਮਾਗਮ ਪਿਆ ਚੱਲਦਾ ਸੀ, ਮਾਰਚ ਦੀ ਗੱਲ ਹੈ। ਮੈਂ ਕਿਹਾ ਹੁਣ ਤਾਂ ਤੁਸੀਂ ਨਾ, ਮੈਂ ਮਸਰੂਫ ਹਾਂ। ਇੰਨੇ ਜਥੇ ਆਏ ਹੋਏ ਨੇ, ਪ੍ਰਚਾਰਕ ਆਏ ਹੋਏ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਹੀ ਆਈਆਂ ਨੇ ਅਤੇ ਮੈਂ ਮਸਰੂਫ ਹਾਂ, ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਾਂਗਾ। ਕਿਹਾ ਤੇ ਸਮਾਗਮ ਤੋਂ ਬਾਅਦ ਆਓ। ਮੈਨੂੰ ਕਹਿਣ ਲੱਗੇ ਸਮਾਗਮ ਤੋਂ ਬਾਅਦ ਤੁਹਾਡਾ ਕੀ ਪ੍ਰੋਗਰਾਮ ਹੈ? ਮੈਂ ਕਿਹਾ ਮੈਂ ਗੁਜਰਾਤ ਹੀ ਆ ਰਿਹਾ। ਅਤੇ ਮੈਨੂੰ ਕਹਿਣ ਲੱਗੇ ਮੈਂ ਗੁਜਰਾਤੀਆਂ, ਸੂਰਤ ਰਹਿੰਦਾ, ਕਿੱਥੇ ਆ ਰਹੇ ਹੋ? ਮੈਂ ਕਿਹਾ ਸਾਰੇ ਗੁਜਰਾਤ ਦੇ ਸ਼ਹਿਰਾਂ 'ਚ ਮੇਰਾ ਪ੍ਰੋਗਰਾਮ ਹੈ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਵੀ ਨਾਲ ਸਨ। 5 ਜਥੇ ਜਿਹੜੇ ਆਏ ਹੋਏ ਨੇ ਇਹ ਵੀ ਨਾਲ ਸਨ, ਪ੍ਰਚਾਰਕ ਵੀ। ਸਾਰੇ ਗੁਰਦੁਆਰਿਆਂ 'ਚ ਉਸਨੇ ਸਾਡੇ ਨਾਲ ਭਰਮਣ ਕੀਤਾ। ਖੜ੍ਹੇ ਹੋ ਕੇ ਇਹੀ ਕਥਾ ਸੁਣਾਉਂਦਾ ਰਿਹਾ ਜੋ ਮੈਂ ਤੁਹਾਨੂੰ ਸਰਵਣ ਕਰਾਈ। ਪਿੱਛੇ ਜੈਪੁਰ ਅਤੇ ਕੋਟਾ ਦੇ 'ਚ ਵੀ ਸੁਣਾ ਕੇ ਗਿਆ। ਕਹਿਣ ਲੱਗਾ ਮੈਂ ਬਿਸਮਾਦ ਹਾਂ, ਹੈਰਾਨ ਹਾਂ, ਇਹ ਕੀ ਹੈ? ਘਰੋਂ ਸੰਪੰਨ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਚੋਟੀ ਦਾ ਸਾਇੰਟਿਸਟ ਸੀ, ਘਰ ਵਾਲੀ ਦੀ ਡਾਕਟਰ ਹੈ। ਕਹਿੰਦਾ ਮੈਂ ਅਜੇ ਤੱਕ ਬਿਸਮਾਦ ਹਾਂ, ਹੈਰਾਨ ਕੁਨ ਹਾਂ, ਮੇਰੀ ਹੈਰਾਨਗੀ ਜਾ ਨਹੀਂ ਰਹੀ। ਉਹ ਲਾਈਟ ਕੀ ਸੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲੀ ਹੈ? ਕਹਿੰਦੇ ਜਿਸ ਦਿਨ ਦੀ ਨਿਕਲੀ ਹੈ, ਮੇਰੇ ਮੱਥੇ ਨਾਲ ਟਕਰਾਈ ਹੈ, ਉਸ ਦਿਨ ਦਾ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਹੀਂ ਮੰਨਦਾ, ਮੈਂ ਪਰਮਾਤਮਾ ਦਾ ਰੂਪ ਮੰਨਦਾ। ਉੱਥੇ ਪਰਮੇਸ਼ਰ ਦਾ ਸਥਾਨ ਉਹਦੇ ਮਨ ਦੇ 'ਚ ਇਤਨਾ ਸਤਿਕਾਰ ਪੈਦਾ ਹੋ ਗਿਆ, ਇਤਨੀ ਭਾਵਨਾ ਜੋ ਹੈ ਪੈਦਾ ਹੋ ਗਈ ਹੈ। 1, 2, 3 ਦਸੰਬਰ ਦਾ ਮੈਂ ਉਸਨੂੰ ਟਾਈਮ ਦਿੱਤਾ ਹੈ। ਉਹਨੇ ਆਪਣੇ ਘਰ ਅਖੰਡ ਪਾਠ ਰਖਾ ਕੇ 3 ਦਿਨ ਘਰ ਦੇ ਸਮਾਗਮ ਕਰਾਉਣਾ। ਮੇਰੇ ਕੋਲ ਟਾਈਮ ਮੰਗਣ ਆਇਆ ਸੀ ਪਿੱਛੇ ਵੀ ਮੈਂ ਇੱਥੇ ਆਇਆ, ਹੁਣ ਤੁਸੀਂ ਮੈਨੂੰ ਟਾਈਮ ਦਿਓ, ਪਰ ਮੈਨੂੰ ਫਿਕਸ ਟਾਈਮ ਦੇ ਦਿਓ ਹੁਣੇ ਤਾਂ ਕਿ ਮੈਂ ਇੰਤਜ਼ਾਮ ਕਰਾਂ। ਤੋ 1, 2, 3 ਸਤੰਬਰ ਦਾ ਫਿਰ ਮੈਨੂੰ ਕਹਿਣ ਲੱਗੇ ਤੁਸੀਂ ਇਕੱਲੇ ਨਹੀਂ ਆਉਣਾ, ਜਿਤਨਾ ਗਰੁੱਪ ਤੁਹਾਡੇ ਨਾਲ ਹੈ ਸਾਰਾ ਆ ਰਿਹਾ।
ਸਾਰਿਆਂ ਦੇ ਮੈਨੂੰ ਨਾਮ ਲਿਖਾਓ ਤਾਂ ਕਿ ਮੈਂ ਸਾਰਿਆਂ ਦੀਆਂ ਆਉਣ ਜਾਣ ਦੀਆਂ ਟਿਕਟਾਂ ਤੁਹਾਨੂੰ ਦੇ ਜਾਵਾਂ। ਮੈਂ ਕਹਿੰਦੀ ਤੁਸੀਂ ਫਿਕਰ ਚਿੰਤਾ ਨਾ ਕਰੋ। ਉਹਦੇ ਘਰ ਹੁਣ 3 ਦਿਨ ਦਾ ਸਮਾਗਮ ਹੈ, 1 2 3 ਦਸੰਬਰ, 1-2 ਦਿਨਾਂ 'ਚ ਇੱਥੇ ਆਉਣ ਵਾਲਾ ਹੈ। ਤਾਂ ਮੈਂ ਗੰਜ ਡਡਵਾੜੇ ਦੀ ਤੁਹਾਨੂੰ ਗੱਲ ਸੁਣਾ ਰਿਹਾ ਸੀ। ਦੂਧੀਏ ਰੰਗ ਦੀ ਅੱਗ ਉਹਦੀ ਨਾਭੀ 'ਚੋਂ ਨਿਕਲੀ, ਸਰੀਰ ਜਲਦਾ ਗਿਆ, ਜਲਦਾ ਗਿਆ, ਜਲਦਾ ਗਿਆ, ਲੇਕਿਨ ਰਾਖ ਨਹੀਂ ਬਚੀ, ਹੱਡੀਆਂ ਵੀ ਨਹੀਂ ਬਚੀ, ਕੁਛ ਵੀ ਨਹੀਂ ਬਚੀ। ਥੱਲੇ ਕਾਰਪੇਟ ਵੀ ਨਹੀਂ ਜਲਿਆ। ਜਿਸ ਕਾਰਪੇਟ 'ਤੇ ਲੇਟਿਆ ਹੋਇਆ ਸੀ ਉਹ ਕਾਰਪੇਟ ਨਹੀਂ ਜਲਿਆ, ਹੱਡੀਆਂ ਵੀ ਨਹੀਂ ਬਚੀਆਂ, ਰਾਖ ਵੀ ਨਹੀਂ ਬਚੀ, ਸਰੀਰ ਗਿਆ। ਫਿਰ ਮੇਰੇ ਪੜ੍ਹਨ ਦੇ 'ਚ ਆਇਆ, ਜੋ ਮੈਂ ਸਟੱਡੀ ਕੀਤੀ ਹੈ, ਉੱਤਰਾਖੰਡ ਜੋ ਬਰਫਾਨੀ ਚੋਟੀਆਂ 'ਚ ਸਾਧੂ ਰਹਿੰਦੇ ਸਨ, ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ। ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚੱਲੇ, ਪਤਾ ਚੱਲ ਜਾਂਦਾ, ਪਤਾ ਚੱਲ ਜਾਂਦਾ। ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ 'ਚੋਂ ਬ੍ਰਹਮ ਅਗਨ ਕੱਢਦੇ ਸਨ, ਜਿਸ ਦਾ ਜ਼ਿਕਰ ਕਬੀਰ ਕਰਦੇ ਨੇ, ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੇ ਚੋੜ ਸਦਾਇਆ। ਇਹ ਬ੍ਰਹਮ ਅਗਨੀ ਜੋ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਹਨੂੰ ਬਾਹਰ ਪ੍ਰਗਟ ਕਰਕੇ ਆਪਣੀ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ, ਕਿਉਂਕਿ ਉਸ ਬਰਫਾਨੀ ਇਲਾਕੇ ਲੱਕੜਾਂ ਤਾਂ ਹੈਗੀਆਂ ਹੀ ਨਹੀਂ ਸਨ। ਇਸ ਤਰ੍ਹਾਂ ਕਰਦੇ ਸਨ। ਇਸ ਤਰ੍ਹਾਂ ਦੀ ਘਟਨਾ ਹੈ ਘਟੀ। ਇਹਨੂੰ ਉਚੇਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ, ਉਚੇਚਾ ਗਿਆ। ਉਹਨੇ ਆਪਣੇ ਜਗ੍ਹਾ ਜਗ੍ਹਾ ਕਥਾਵਾਂ 'ਚ ਵੀ ਕਿਹਾ ਬਈ ਉੱਤਰਾਖੰਡ ਦੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਰਹੀਆਂ ਨੇ, ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋਂ ਦੇ 'ਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟੀ ਹੈ, ਗੁਰੂ ਨਾਨਕ ਦੇ ਇੱਕ ਸਿੱਖ ਦੁਆਰਾ ਘਟੀ ਹੈ। ਇਹ ਉਸਨੇ ਵੀ ਕਬੂਲ, ਇਹ ਉਸਨੇ ਵੀ ਪ੍ਰਮਾਣ ਕੀਤਾ। ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ, ਉਸ ਕਮਰੇ ਦੇ ਗੁਰਦੁਆਰਾ ਛੋਟਾ ਜਿਹਾ, ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ। ਸੁਭਾਵਿਕ ਮੈਂ ਪੁੱਛਿਆ ਚੰਦਨ ਰਗੜਿਆ? ਕਹਿਣ ਲੱਗੇ ਨਹੀਂ, ਜਿਸ ਦਿਨ ਦੇ ਬਾਬਾ ਜੀ ਗਏ ਨੇ ਮਹਿਕ। ਉਹ ਦੂਧੀਆ ਚਾਨਣਾ 1 ਦਿਨ ਰਿਹਾ, ਉਹ ਚਾਨਣਾ ਚਲਾ ਗਿਆ, ਉਹ ਮਹਿਕ 15 ਦਿਨ ਰਹੀ। ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ। ਉਹਨਾਂ ਦਿਨਾਂ 'ਚ ਉਹ ਸੋਨੇ ਦੀ ਸੇਵਾ ਕਰਾ ਰਹੇ ਸਨ। ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਤੇ ਇਹ ਹਾਲ ਦੀ ਸੇਵਾ ਵੀ ਚੱਲ ਰਹੀ ਸੀ। ਮੈਨੂੰ ਕਹਿਣ ਲੱਗੇ ਦੇਖ ਆਏ ਅਗਰਵਾਸ ਤਨ ਸਾਸ, ਹੁਣ ਇਹਦੇ ਅਰਥ ਕਰਨਾ। ਮੈਂ ਕਿਹਾ ਅਰਥ ਕੀ ਕਰਨਾ? ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ, ਜਿਹੜੀ ਘਟਨਾ ਮੈਂ ਦੇਖ, ਜਿਹੜਾ ਸਾਰਾ ਸਿਲਸਿਲਾ ਮੈਂ ਦੇਖ ਕੇ ਆਇਆ, ਉਹਦਾ ਜੋ ਹੈ ਜ਼ਿਕਰ ਕਰਾਂਗਾ। ਦੇਹੀ ਅਪਵਿੱਤਰ ਹੈ, ਕਿਸੇ ਵੀ ਸਾਧਨ ਨਾਲ ਇਹ ਖੂਨ ਮਿੰਜ ਮਾਸ ਦੁਰਗੰਧ ਸ਼ੁੱਧ ਨਹੀਂ ਹੋ ਸਕਦੀ। ਦੇਹੀ ਅਪਵਿੱਤਰ ਹੈ। ਮਹਾਰਾਜ ਕਹਿੰਦੇ ਨੇ ਇਤਨੀ ਅਪਵਿੱਤਰ ਹੈ ਕਿ ਦੇਵਤਿਆਂ ਤੱਕ ਨੂੰ ਅਪਵਿੱਤਰ ਕਰ ਦਿੰਦੀ ਹੈ। ਇਹ ਦੇਵਤਿਆਂ ਤੱਕ ਨੂੰ ਭ੍ਰਸ਼ਟ ਕਰ ਦਿੰਦੀ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਗ੍ਰਿਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਣ ਤਨ ਗੱਡਿਆ ਥੁੱਕਾਂ ਪਈਆ, ਤੇ ਇਸ ਅਪਵਿੱਤਰ ਤਨ ਦੇ ਉੱਤੇ ਵਿੱਚ ਪਾਇਆ ਜਾਂਦਾ ਹੈ, ਗੰਦਗੀ ਬਣ ਜਾਂਦਾ ਹੈ। ਔਰ ਕੀ ਮਹਿਲ ਬਣ ਜਾਂਦਾ, ਦੇਖਿਆ ਨਹੀਂ ਜਾਂਦਾ, ਘਿਰਣਾ ਪੈਦਾ ਹੁੰਦੀ। ਹਰ ਪਵਿੱਤਰ ਚੀਜ਼ ਨੂੰ ਇਹ ਅਪਵਿੱਤਰ ਕਾਇਆ ਅਪਵਿੱਤਰ ਕਰ ਦਿੰਦੀ ਹੈ। ਤੋ ਇਹ ਕਾਇਆ ਕਿਸੇ ਤਰੀਕੇ ਨਾਲ ਵੀ ਪਵਿੱਤਰ ਨਹੀਂ ਹੋ ਸਕਦੀ। ਗੁਰਬਾਣੀ ਕਹਿੰਦੀ ਹੋ ਸਕਦੀ ਹੈ। ਏਕ ਵਸਤ ਬੂਝੈ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਤਨਾ ਪਾਕ ਹੋ ਜਾਏਗਾ ਤੈਨੂੰ ਕੇਸਰ ਲਾਣ ਦੀ ਲੋੜ ਨਹੀਂ, ਤੇਰਾ ਸਰੀਰ ਹੀ ਕੇਸਰ ਬਣ ਜਾਏਗਾ। ਕੁੰਗੂ ਕੀ ਕਾਇਆ, ਕਾਇਆ ਕੁੰਗੂ ਵਰਗੀ ਬਣ ਜਾਏਗੀ, ਕੇਸਰ ਵਰਗੀ। ਰਤਨਾ ਕੀ ਲਲਤਾ ਅਗਰਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਏਗੀ। ਦੇਹੀ ਮੰਦਰ ਬਣ ਜਾਏ ਤੇ ਨੌ ਨਿਧ ਨਾਮ ਪ੍ਰਗਟ ਹੋ ਜਾਏ ਤੇ ਫਿਰ ਬਦਬੋ ਰਵੇ, ਸੁਗੰਧ
ਸਵਾਸਾਂ ਦੇ 'ਚ ਆ ਜਾਏ। ਉਸ ਦੇ ਮਸਤਕ ਦੇ ਉੱਤੇ ਜਿਹੜੀ ਆਭਾ ਹੋਵੇਗੀ, ਉਹਦੇ ਦਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਾਨੋ 68 ਤੀਰਥਾਂ ਦਾ ਇਸ਼ਨਾਨ। ਕੋਈ ਲੋੜ ਨਹੀਂ ਆ 68 ਤੀਰਥਾਂ ਦੇ ਇਸ਼ਨਾਨ ਕਰਨ ਦੀ। 68 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ। ਜਿਹਦੇ ਮਤ ਦੇ ਚਿਤਨਾ ਖੇੜਾ ਤੇ ਖੁਸ਼ੀ ਆਨੰਦ ਪੈਦਾ ਹੋ ਗਿਆ, 68 ਤੀਰਥਾਂ ਦੀ ਛਾਪ ਉਸ ਦੇ ਮਸਤਕ 'ਤੇ ਆਉਂਦੀ ਹੈ, ਉਹਦੇ ਮੱਥੇ 'ਤੇ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਵਾਕ, ਕਾਹੇ ਨੇਰ ਰੇ ਨਰ ਗਰਭ ਕਰਤੋ ਬਿਨ ਸਜਾਏ ਝੂਠੀ ਦੇ। ਇਸ ਝੂਠੀ ਦਾ ਕਿਉਂ ਦੇਹੀ ਦਾ ਕਿਉਂ ਹੰਕਾਰ ਕਰਦੇ, ਤੇ ਅਪਵਿੱਤਰ ਹੈ, ਨਾਸ ਹੋ ਜਾਏਗੀ, ਨਾਸ ਹੋ ਜਾਏਗੀ। ਹਾਂਜੀ ਰਹਾ ਮੇਰੀ ਮੇਰੀ ਕਹਿ ਰਹਾ ਕਰਤੇ ਦੁਰਜੋਧਨ ਸੇ ਭਾਈ। ਕੁਰੂ ਇਹ ਇੱਕ ਇਲਾਕਾ ਜੋ ਅੱਜ ਕਹਿ ਦਈਏ ਕੁਰੂਕਸ਼ੇਤਰ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕੇ ਨੂੰ ਉਦੋਂ ਕੁਰੂ ਕਹਿੰਦੇ ਸਨ। ਇੱਥੇ ਦੇ ਇਲਾਕੇ 'ਚ ਰਾਜ ਕਰਨ ਵਾਲਿਆਂ ਨੂੰ ਕੌਰਵ ਆਖਿਆ ਗਿਆ, ਕੁਰੂ ਆਖਿਆ ਗਿਆ। ਲੰਬੇ ਸਮੇਂ ਤੱਕ ਇਹਨਾਂ ਦਾ ਰਾਜ ਪਾਠ ਪੀੜ੍ਹੀ ਦਰ ਪੀੜ੍ਹੀ ਇੱਥੇ ਰਿਹਾ। ਇਸੇ ਵਿੱਚ ਹੋਏ ਨੇ ਦੁਰਯੋਧਨ, ਬੜਾ ਹੰਕਾਰੀ, ਬੜੀ ਹੰਕਾਰੀ ਤਬੀਅਤ ਦਾ ਮਾਲਕ, ਆਪਣੇ ਜੋਬਨ ਤੇ ਮਾਣ, ਜਵਾਨੀ ਤੇ ਮਾਣ, ਧਨ ਸੰਪਦਾ ਦੇ ਮਾਣ, ਪ੍ਰਭਤਾ ਤੇ ਮਾਣ, ਸ਼ਕਤੀ ਤੇ ਮਾਣ। ਹੁਣ ਜੋਬਨ ਦਾ ਮਾਣ ਹੀ ਕਾਫੀ ਹੁੰਦਾ ਹੈ, ਰਾਜ ਸ਼ਕਤੀ ਦਾ ਮਾਣ, ਧਨ ਦਾ ਮਾਣ, ਬਹੁਤ ਸਾਰੇ ਹੰਕਾਰ ਇਕੱਠੇ ਹੋ ਗਏ, ਬਹੁਤ ਸਾਰੇ ਮਾਣ ਇਕੱਠੇ ਹੋ ਗਏ। ਤੇ ਮੇਰੇ ਇਹ ਮੇਰਾ, ਇਹ ਮੇਰਾ, ਇਹ ਮੇਰਾ, ਇਹ ਦੇਹੀ ਮੇਰੀ, ਇਹ ਰਾਜ ਮੇਰਾ, ਇਹ ਧਨ ਮੇਰਾ, ਇਹ ਸੰਪਦਾ ਮੇਰੀ, ਇਹ ਇਲਾਕਾ ਮੇਰਾ। दुर्योधन जैसे एक और मेरी मेरी करते रहे, मेरा है, मेरा है, मेरा है, और इस दिच देही का बहुत बड़ा परबल मान, मेरी जवानी, मेरा जौबन, मेरी शक्ति, फिर मेरी धन संपदा, मेरा राजपाट। भगत नामदेव जी महाराज कहते हैं इस तरह हंकार नूं प्रगट करता हुंदा सी। हाँ जी। 12 जोजन छात्र चला था देही गिरजन खाई। 12 जोजन, एक जोजन 4 मील का कहते हैं, तो 48 मील हो गया। 48 मील तक लंबी जिसकी सेना सी, छत्रपति राजा सी। इतनी सेना, इतनी दूर तक यदी सेना दियां टुकड़ियां फैलियां। देही गिरजन खाई। अंत समय की होया, जिस देही ते इतना मान, इतना हंकार, वो इल्ला नहीं खादी, होर की दाह संस्कार भी नहीं होया, अंतिम संस्कार भी नहीं होया, कुत्तियां ने खादी, इल्ला ने खादी। हाँ, सर्व स्वयं की लंका होती रावण से अधिकाई। रावण जैसे अधिक बलशाली शक्तिशाली मनुख जिहदी लंका सोने दी सी। महाराज श्री नामदेव जी कहते उहदी गल सुनो, सोने दी लंका, इतनी धन संपदा, बड़ा बलशाली शक्तिशाली। हाँ जी। कहाँ भयो दर बांधे हाथी खिन मह फी पराई। जिसके दरवाजे ते असवारी वास्ते हाथी बने रहते सन, सजे हुए हाथी, खूबसूरत हाथी सजा के रखे जाते सन, जिहदे दर दे उत्ते बेशुमार हाथी, उन्हां दिन सब तो वड्डा वाहन, कीमती वाहन हाथी आउंदा सी। खिन में भई पराई। आखिर ये सारी सोने दी लंका और ये हाथी दूजे दे हथ चले गए। जोबन तो मान, जवानी दे मान तो इलावा बड़ा प्रबल मान होंदा है धन संपदा दा। महाराज इत्थे कह रहे ने कित्थे गई हो सोने दी लंका, कित्थे चले गए हो हाथी। हाँ जी। दुर्वासा स्यों करत ठगौरी जादव ये फल पाए। अक्सर नौजवानों दे एक मनोबिरती आउंदी है ठट्ठा मस्करी करन दी, ते ठट्ठा मस्करी कमज़ोर नाल कीती जा सकदी है, ताकतवर नाल नहीं।
ਸ਼ਕਤੀਸ਼ਾਲੀ ਮਨੁੱਖ ਨਾਲ ਠੱਠਾ ਮਸਕਰੀ ਨਹੀਂ ਕੀਤੀ ਜਾ ਸਕਦੀ, ਮਨੁੱਖ ਨਹੀਂ ਕਰਦਾ। ਸ਼ਕਤੀਸ਼ਾਲੀ ਮਨੁੱਖ ਨਾਲ ਮਨੁੱਖ ਮਜ਼ਾਕ ਨਹੀਂ ਕਰਦਾ। ਮਜ਼ਾਕ ਲਈ ਅਗਲੇ ਨੂੰ ਛੁਟਿਆਣਾ ਪੈਂਦਾ ਹੈ, ਜਾਂ ਅਗਲਾ ਛੋਟਾ ਹੋਵੇ ਤਾਂ ਮਜ਼ਾਕ ਹੁੰਦੀ ਹੈ, ਉਂਝ ਨਹੀਂ ਹੁੰਦੀ। ਦੁਰਭਾਸ਼ਾ ਜੋ ਹੈ ਇਹਨਾਂ ਮੁੰਡਿਆਂ ਨੂੰ, ਕੌਰਵਾਂ ਦੇ ਮੁੰਡਿਆਂ ਨੂੰ ਜਵਾਨੀ ਚੜ੍ਹੀ। ਇੱਕ ਦਿਨ ਠੱਠਾ ਮਸਕਰੀ ਕਰਨ ਦੀ ਸੋਝੀ ਕਿਹਦੇ ਨਾਲ? ਦੁਰਭਾਸ਼ਾ ਨਾਲ। ਜਮਨਾ ਦੇ ਕੰਢੇ ਬੈਠਾ ਤਪ ਕਰ ਰਿਹਾ ਸੀ। ਇਹਨਾਂ ਨੇ ਇੱਕ ਨੌਜਵਾਨ ਮੁੰਡੇ ਨੂੰ, ਅਨਦਾੜੀਏ ਮੁੰਡੇ ਨੂੰ ਜਨਾਨੀਆਂ ਵਾਲੇ ਕੱਪੜੇ ਪਹਿਨਾਏ ਤੇ ਪੁੱਠੀ ਬਾਠੀ ਪੇਟ ਤੇ ਬੰਨ੍ਹ ਕੇ ਲੈ ਗਏ ਦੁਰਭਾਸ਼ਾ ਕੋਲ ਤੇ ਕਹਿਣ ਲੱਗੇ, ਇਹ ਬੱਚੀ ਸ਼ਰਮਾਂਦੀ ਹੈ, ਸਾਡੇ ਰਾਹੀਂ ਪੁੱਛਣਾ ਚਾਹੁੰਦੀ ਹੈ ਇਹਨੂੰ ਲੜਕਾ ਹੋਵੇਗਾ ਕਿ ਲੜਕੀ। ਪਰ ਹੁਣ ਉਹ ਅੰਤਰਮੁਖੀ ਮਨੁੱਖ ਸੀ, ਰਿਸ਼ੀ ਸੀ, ਬੜੀ ਕਰੜੀ ਉਸਦੀ ਸਾਧਨਾ ਸੀ, ਪਰ ਕਾਲੀ ਤਬੀਅਤ ਦਾ ਜ਼ਰੂਰ ਸੀ। ਸੁਭਾਅ ਹੁੰਦਾ ਹੈ ਪਿਛਲਾ ਬਣਿਆ ਹੋਇਆ, ਇੱਕਦਮ ਆਪੇ ਤੋਂ ਬਾਹਰ ਵੀ ਹੋ ਜਾਂਦਾ ਸੀ। ਜਦ ਸਾਰਿਆਂ ਨੇ ਪੁੱਛਿਆ, ਰਿਸ਼ੀ ਜੀ ਇਹਦੀ ਕੁੱਖ ਤੋਂ ਲੜਕੀ ਹੋਵੇਗੀ ਕਿ ਲੜਕਾ, ਦੱਸੋ ਤੁਸੀਂ। ਤੇ ਦੁਰਭਾਸ਼ਾ ਨੇ ਦੇਖਿਆ ਤੇ ਮਜ਼ਾਕ ਪੈ ਕਰਦੇ, ਇਹ ਤੇ ਮੇਰੇ ਨਾਲ ਮਸਕਰੀ ਪੈ ਕਰਦੇ ਨੇ। ਇੱਕਦਮ ਜੋਸ਼ 'ਚ ਆਏ, ਗੁੱਸੇ 'ਚ ਆਏ, ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਸਾਰੀ ਕੁਲ ਦਾ ਸੱਤਿਆਨਾਸ਼ ਕਰੇ। ਸਾਧੂ ਬੋਲੇ ਸਹਿਜ ਸੁਭਾਏ। ਇੱਕ ਦਿਨ ਇਹੀ ਨੌਜਵਾਨ ਸਾਰੇ ਦੇ ਸਾਰੇ ਜਮਨਾ ਦੇ ਕੰਢੇ ਆਣ ਕੇ ਬੈਠੇ। ਹਕੀਕਤ ਕੀ ਹੋਈ? ਇਹਨਾਂ ਨੇ ਕ੍ਰਿਸ਼ਨ ਜੀ ਅੱਗੇ ਪਹਿਲੇ ਫਰਿਆਦ ਕੀਤੀ, ਦੁਰਭਾਸ਼ਾ ਨੇ ਸ਼ਰਾਬ ਦਿੱਤਾ ਹੈ, ਅਸੀਂ ਯਾਦ ਹੋ, ਤੁਸੀਂ ਵੀ ਯਾਦ ਹੋ, ਕ੍ਰਿਸ਼ਨ ਜੀ ਵੀ ਯਾਦ ਹੋ, ਤੇ ਸਾਰੀ ਯਾਦਵਾਂ ਦੀ ਕੁਲ ਨੂੰ ਸ਼ਰਾਬ ਦਿੱਤਾ ਹੈ ਤੇ ਤੁਸੀਂ ਵੀ ਯਾਦ ਹੋ। ਕੋਈ ਉਪਰਾਲਾ ਦੱਸੋ ਹੁਣ ਕਿਵੇਂ ਬਚੇ ਸਾਡੀ ਕੁਲ। ਕ੍ਰਿਸ਼ਨ ਜੀ ਕਹਿਣ ਲੱਗੇ, ਇਸ ਬਾਟੀ ਨੂੰ ਰਗੜ ਕਰ, ਜਿਹੜਾ ਬੁਰਾਦਾ ਬਚੇਗਾ ਉਹ ਜਮਨਾ 'ਚ ਪਾਓ, ਰੋਜ਼ ਰਗੜੋ, ਰਗੜ ਰਗੜ ਕੇ ਇਸ ਨੂੰ ਖਤਮ ਕਰੋ। ਛੋਟਾ ਜਿਹਾ ਹਿੱਸਾ ਲੋਹੇ ਦਾ ਟੁਕੜਾ ਬਚ ਗਿਆ ਸੀ, ਉਹ ਉਹਨਾਂ ਨੌਜਵਾਨਾਂ ਨੇ ਜਮਨਾ 'ਚ ਸੁੱਟ ਦਿੱਤਾ। ਉਹਨੂੰ ਇੱਕ ਮੱਛੀ ਨਿਗਲ ਗਈ। ਪੁਰਾਣਕ ਇਤਿਹਾਸ, ਇੱਕ ਸ਼ਿਕਾਰੀ ਨੇ ਉਹ ਮੱਛੀ ਪਕੜੀ, ਮੱਛੀ ਨੂੰ ਚੀਰਿਆ, ਕੱਟਿਆ, ਵਿੱਚੋਂ ਲੋਹੇ ਦਾ ਟੁਕੜਾ ਨਿਕਲਿਆ, ਉਹਨੇ ਆਪਣੇ ਤੀਰ ਨਾਲ ਜੋੜ ਲਿਆ। ਇੱਕ ਦਿਨ ਇਹ ਹੀ ਨੌਜਵਾਨ ਮੁੰਡੇ ਸ਼ਰਾਬ ਪੀ ਕੇ, ਜੈਸੇ ਨੌਜਵਾਨਾਂ ਦੀ ਖਰਮਸਤੀ ਹੁੰਦੀ, ਜਦ ਪੀ ਲਈ ਔਰ ਸਾਰਿਆਂ ਨੇ ਪੀ ਲਈ, ਹੋਸ਼ ਗਵਾ ਲਏ, ਵਾਦ ਵਿਵਾਦ ਸ਼ੁਰੂ ਹੋ ਗਿਆ, ਲੜਾਈ ਸ਼ੁਰੂ ਹੋ ਗਈ। ਉਹ ਜਿਹੜਾ ਰਗੜਿਆ ਹੋਇਆ ਹਿੱਸਾ ਸੀ ਬਾਠੀ ਦਾ, ਜਮਨਾ ਦਾ ਬਹਾਵ ਇੱਕ ਪਾਸੇ ਹੋਇਆ, ਬਰਸਾਤਾਂ 'ਚ ਹੜ੍ਹ ਹੁੰਦਾ ਹੈ, ਅੱਗੇ ਪਿੱਛੇ ਛੋਟੇ ਹੋ, ਉਸੇ ਬਾਠੀ ਦੇ ਬੁਰਾਦੇ ਤੋਂ ਸਰਕੰਡਾ ਪੈਦਾ ਹੋਇਆ। ਪੁੱਟ ਪੁੱਟ ਕੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕੀਤਾ, ਸਾਰੇ ਹੀ ਖਤਮ ਹੋਏ। ਇਸੇ ਤਰੀਕੇ ਬਚ ਗਏ ਸਿਰਫ ਸ੍ਰੀ ਕ੍ਰਿਸ਼ਨ। ਬੱਧਕ ਆਇਆ ਭਾਲ ਦਾ, ਮਿਰਗੇ ਜਾਣ ਲੈ ਬਾਣ ਮਾਰੇ, ਜਾਏ ਸੁਤਾ ਪ੍ਰਭਾਸ ਵਿੱਚ, ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਜਮਕੇ ਵਾਂਗੋਂ ਧਾਰੇ। ਚਰਨਾਂ ਦੇ ਪਦਮ ਸੀ। ਸ਼ਾਮ ਦਾ ਸਮਾਂ, ਕੁਲ ਨਾਸ ਸਾਰੀ ਹੋ ਗਈ ਤੇ ਸੋਚੀ ਪਏ ਹੋਏ, ਗੋਡੇ ਦੇ ਉੱਤੇ ਗੋਡਾ ਰੱਖ ਕੇ ਇੱਕ ਦਰਖਤ ਦੇ ਥੱਲੇ ਲੇਟ ਗਏ। ਦੂਰੋਂ ਸ਼ਿਕਾਰੀ ਚਰਨ ਨੂੰ ਵੇਖਦਾ, ਉਹਦੇ 'ਚ ਪਦਮ ਨੂੰ ਵੇਖਦਾ, ਉਹਨੂੰ ਭੁਲੇਖਾ ਲੱਗ ਗਿਆ ਸ਼ਾਇਦ ਹਿਰਨ ਦੀ ਅੱਖ। ਉਹ ਜਿਹੜਾ ਲੋਹੇ ਦਾ ਟੁਕੜਾ ਬਾਟੀ 'ਚੋਂ ਬਚਿਆ ਸੀ, ਉਹਨੇ ਤੀਰ ਨੂੰ ਲਾਇਆ, ਉਹਨੇ ਖਿੱਚ ਕੇ ਤੀਰ ਉਸ ਅੱਖ ਦਾ ਨਿਸ਼ਾਨਾ ਬਣਾਇਆ। ਅੱਖ ਤੇ ਹੈ ਨਹੀਂ ਸੀ, ਸ੍ਰੀ ਕ੍ਰਿਸ਼ਨ ਦਾ ਪੈਰ ਸੀ। ਇਹ ਤੀਰ ਪੈਰ ਨੂੰ ਵਿੰਨ ਕੇ ਛਾਤੀ 'ਚ ਲੱਗਿਆ। ਇਸੇ ਨਾਲ ਸ੍ਰੀ ਕ੍ਰਿਸ਼ਨ ਦਾ ਅੰਤ ਹੋਇਆ, ਦੁਰਭਾਸ਼ਾ ਦਾ ਸਰਾਪ ਪੂਰਾ ਹੋਇਆ।
ਨਾਮ ਦੇ ਇੱਥੇ ਕਹਿੰਦੇ ਨੇ ਹਰ ਮਸਤੀਆਂ ਦੇ ਕਾਰਨ ਕਰਕੇ, ਜਵਾਨੀ ਦੇ ਜੋਸ਼ ਦੇ ਕਾਰਨ ਕਰਕੇ, ਧਨ ਦਾ ਮਾਣ, ਫਿਰ ਜਵਾਨੀ ਦਾ ਮਾਣ, ਤੇ ਫਿਰ ਦੇਹੀ ਦਾ ਮਾਣ। ਇਹਨਾਂ ਨੇ ਇੱਕ ਰਿਸ਼ੀ ਨਾਲ ਮਜ਼ਾਕ ਕੀਤਾ, ਹੋਇਆ ਕਿ ਆਪਣੀ ਕੁੱਲ ਨਾਸ ਕਰਵਾਈ, ਆਪਣਾ ਸਾਰੇ ਦਾ ਸਾਰਾ ਖਾਨਦਾਨ ਨਾਸ ਕਰਵਾਇਆ। ਹਾਂਜੀ ਜੀ। ਕਿਰਪਾ ਕਰੀ ਜਾਣੇ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ। ਉਸ ਪਰਿਪੂਰਨ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਨਾ ਸਾਨੂੰ ਧਨ ਦਾ ਮਾਣ, ਨਾ ਸਾਨੂੰ ਜੋਬਨ ਦਾ ਮਾਣ, ਨਾ ਸਾਨੂੰ ਇਸ ਕਾਇਆ ਦਾ ਮਾਣ, ਕੇਵਲ ਪਰਮਾਤਮਾ ਤੇ ਹੀ ਮਾਣ, ਉਸ ਦੇ ਨਾਮ ਤੇ ਮਾਣ। ਇਹ ਉਸਨੇ ਸਾਡੇ ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਹੁਣ ਅਸੀਂ ਉਸੇ ਦੇ ਗੁਣ ਗਾਉਂਦੇ ਹਾਂ, ਉਸੇ ਦੇ ਗੀਤ ਗਾਉਂਦੇ ਹਾਂ। ਇੱਥੇ ਹੀ ਸਮਾਪਤੀ। ਖਿਮਾ ਕਰਨੀ, ਕੁਝ ਸਮਾਂ ਜ਼ਿਆਦਾ ਲੈ ਗਏ। ਕੋਸ਼ਿਸ਼ ਕਰਾਂਗੇ ਕੱਲ੍ਹ ਤੋਂ ਵਕਤ ਸਿਰ ਸਮਾਪਤੀ ਹੋਵੇ। ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ।